ਬੀਤੇ 3 ਸਤੰਬਰ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਲਖੀਮਪੁਰ ਖੀਰੀ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਸ਼ਹੀਦ ਕੀਤੇ ਗਏ ਕਿਸਾਨ ਅਤੇ ਪੱਤਰਕਾਰ ਰਿਆਦ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਉੱਤੇ ਦੇਸ਼ ਭਰ ਵਿੱਚ ਅਸਥੀ ਕਲਸ਼ ਯਾਤਰਾ ਰੂਪਨਗਰ ਪਹੁੰਚੀ। ਅਸਥੀ ਕਲਸ਼ ਯਾਤਰਾ ਰੂਪਨਗਰ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਰਾਤ ਦੇ ਠਹਿਰਾਅ ਤੋਂ ਬਾਅਦ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਲਈ ਰਵਾਨਾ ਹੋਈ। ਇਸ ਮੌਕੇ ਕਿਸਾਨ ਆਗੂਆਂ ਤੇ ਗੁਰਦੁਆਰਾ ਟਿੱਬੀ ਸਾਹਿਬ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਨੇ ਕੀ ਕਿਹਾ, ਆਓ ਸੁਣਦੇ ਹਾਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਤੇ ਲਈ ਰਿਪੋर्ट। हाँ जी सर, की नाम है जी? मेरा नाम गुरप्रीत सिंह सोमल है जी, तो मैं चंडीगढ़ पेंडू संघर्ष कमेटी का जनरल सकत्तर हैं जी। सर किमें देखते हो अज अस्थियां लैके जी कलश यात्रा कढ़नी पै रही है, धरने लाने पैंदे इंसाफ वास्ते, जदों कि असीं सरकारां चुनदे लीडर चुनदे तो साडे वड्डे वड्डे वादे कीते जांदे। किमें देखते हो सरकारां दी कारगुजारी नूं? देखो जी, सरकारां दी कारगुजारी आम लोकां दे लई बड़ी ही ना खुश रही है, कोई बहुत वधिया कारगुजारी नहीं रही है। ਜਿਹੜੀ ਇਹ ਘਟਨਾ ਘਟੀ ਆ ਲਖੀਮਪੁਰ ਖੀਰੀ ਦੇ ਵਿੱਚ, ਜਿਹੜੀ ਇਹ ਘਟਨਾ ਘਟੀ ਆ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣਨ ਵਾਲੇ ਦਰਸ਼ਕਾਂ ਨੂੰ ਇਹ ਜ਼ਰੂਰ ਗੱਲ ਕਹਿਣੀ ਚਾਹੂੰਗਾ ਕਿ ਇਸ ਦਾ ਮਕਸਦ ਇਹ ਆ, ਇਸ ਕਲਸ਼ ਯਾਤਰਾ ਦਾ ਮਕਸਦ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਧਰਨੇ ਲਾਵਾਂਗੇ ਤਾਂ ਇਹੋ ਜਿਹੀਆਂ ਯਾਤਰਾਵਾਂ ਨਿਕਲਦੀਆਂ ਰਹਿਣਗੀਆਂ। ਜੇ ਇਹੋ ਜਿਹੀਆਂ ਯਾਤਰਾਵਾਂ ਅਸੀਂ ਨਹੀਂ ਕੱਢਣੀਆਂ ਚਾਹੁੰਦੇ, ਜੇ ਇਹੋ ਜਿਹੇ ਅਸੀਂ ਹਾਦਸੇ ਹੋਰ ਨਹੀਂ ਦੇਖਣਾ ਚਾਹੁੰਦੇ ਤਾਂ ਸਾਨੂੰ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ। ਸਾਨੂੰ ਉਹਨਾਂ ਸਰਕਾਰਾਂ ਨੂੰ ਸੱਤਾ 'ਚੋਂ ਬਾਹਰ ਕਰਨਾ ਚਾਹੀਦਾ ਜਿਹੜੀਆਂ ਸਰਕਾਰਾਂ ਵਾਅਦੇ ਕਰਕੇ ਤਾਂ ਸਾਡੇ ਨਾਲ ਵਾਅਦੇ ਕਰਦੀਆਂ ਤੇ ਸੱਤਾ ਦੇ ਵਿੱਚ ਆਉਂਦੀਆਂ, ਪਰ ਆ ਕੇ ਸਾਡਾ ਹੀ ਖੂਨ ਚੂਸਦੀਆਂ, ਸਾਨੂੰ ਹੀ ਲੋਕਾਂ ਨੂੰ ਮਾਰਦੀਆਂ, ਆਮ ਗਰੀਬ ਲੋਕਾਂ ਨੂੰ, ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਆ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ, ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਹੋ ਰਹੀਆਂ ਜਾਂ ਦਿੱਲੀ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ, ਇਹੋ ਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਦੇ ਲਈ, ਠੱਲਣ ਦੇ ਲਈ ਸਾਨੂੰ ਸਰਕਾਰਾਂ ਨੂੰ ਬਦਲਣਾ ਜ਼ਰੂਰ ਪਊਗਾ। ਕੀ ਨਾਮ ਹੈ ਜੀ? ਸ਼ਰਨਜੀਤ ਸਿੰਘ, ਰੈਪਰ ਕਲਾਂ, ਚੰਡੀਗੜ੍ਹ, ਪਿੰਡੂ ਸੰਘਰਸ਼ ਕਮੇਟੀ। ਸਰ ਇਹ ਯਾਤਰਾ ਕੀ ਯਾਤਰਾ ਹੈਗੀ, ਕਿੱਥੋਂ ਕੱਢੀ ਜਾ ਰਹੀ, ਕੀ ਸਾਰਾ ਇਹ ਮਕਸਦ, ਕੀ ਮਾਮਲਾ ਕੀ ਹੈ ਜੀ? ਇਹ 3 ਤਰੀਕ ਨੂੰ ਜਿਹੜੇ ਲਖੀਮਪੁਰ ਖੇੜੀ ਜਿਹੜੇ ਆਪਣਾ ਖੀਰੀ ਜਿਹੜੇ ਆਪਣਾ ਕਿਸਾਨ ਵਿਰੋਧ ਕਰਕੇ ਵਾਪਸ ਜਾ ਰਹੇ ਸੀ ਤੇ ਬੀਜੇਪੀ ਦੇ ਗੁੰਡਿਆਂ ਨੇ, ਕਹਿ ਲਓ ਜੀ, ਉਹਨਾਂ ਨੂੰ ਤਾਂ ਗੁੰਡੇ ਹੀ ਕਿਹਾ ਜਾਊਗਾ, ਲੀਡਰਾਂ ਨੇ ਇਹਨਾਂ ਦੇ ਪਿੱਛੋਂ ਗੱਡੀਆਂ ਚੜਾਈਆਂ ਤੇ ਉਹਨਾਂ ਨੂੰ ਸ਼ਹੀਦ ਕੀਤਾ। ਉਹਨਾਂ ਨੂੰ ਸ਼ਹੀਦ ਜਿਹੜੇ ਹੋਏ ਆ, ਉਹਨਾਂ ਦੇ ਇੱਕ ਪੱਤਰਕਾਰ ਵੀਰ ਜੀ ਵੀ ਸ਼ਹੀਦ ਹੋਏ ਆ ਤੇ ਇਹ ਲੋਕਾਂ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਇਹ ਯਾਤਰਾ ਕੱਢੀ ਜਾ ਰਹੀ ਹੈ। ਇਹ ਕਿ ਚੰਡੀਗੜ੍ਹ ਦੇ 24 ਪਿੰਡਾਂ ਦੇ ਵਿੱਚ ਹੀ ਲਿਆ ਕੇ ਉਸ ਤੋਂ ਬਾਅਦ ਅਸੀਂ ਫੁੱਲ ਵਿਸਰਜਨ ਕਰਨ ਵਾਸਤੇ ਆਪਣਾ ਕੀਰਤਪੁਰ ਸਾਹਿਬ ਜਾ ਰਹੇ ਹਾਂ। ਲੇਕਿਨ ਇਹ ਲੋਕਾਂ ਨੂੰ, ਸਾਡੀ ਇਹਦੀ ਮੇਨ ਮਨਸਾ ਇਹ ਹੈਗੀ ਹੈ ਕਿ ਲੋਕਾਂ ਨੂੰ ਇਸ ਵਾਸਤੇ ਜਾਗਰੂਕ ਕਰਿਆ ਜਾਏ ਕਿ ਲੋਕਾਂ ਨਾਲ ਕਿੰਨਾ ਧੱਕਾ ਹੋ ਰਿਹਾ, ਕਿਸਾਨਾਂ ਦੇ ਨਾਲ ਕਿੰਨਾ ਧੱਕਾ, ਹਰ ਵਰਗ ਦੇ ਨਾਲ ਧੱਕਾ ਹੋ ਰਿਹਾ। ਸਾਡਾ ਜਿਹੜੇ ਉਹ ਪਾੜਦੇ ਆ ਕਹਿ ਕੇ ਕਿ ਹਾਂ ਜੀ ਇਹ ਉਸ ਧਰਮ ਦੇ, ਇਸ ਦੇ ਨਾਲ ਕੋਈ ਮਤਲਬ ਨਹੀਂ ਹੈ, ਕਿਉਂਕਿ ਸਾਡਾ ਦੇਖੋ ਜਿਹੜਾ ਆਪਣਾ ਪੱਤਰਕਾਰ ਵੀਰ ਵੀ ਹੈ ਉਹ ਵੀ ਸਾਡੇ ਨਾਲ ਹੀ ਹੈ। ਅਸੀਂ ਸਾਡਾ ਉਦੋਂ ਨੂੰ ਬਰਾਬਰ ਦਾ ਸਤਿਕਾਰ ਦੇ ਨਾਲ ਬੰਦ, ਕਿਉਂਕਿ ਉਹ ਸਾਡੇ ਨਾਲ ਹੀ ਉੱਥੇ ਸ਼ਹੀਦਾਂ ਦੇ ਨਾਲ ਸ਼ਹੀਦ ਹੋਇਆ ਜੀ, ਉੱਥੇ ਆਪਣੇ ਕਿਸਾਨ ਭਾਈਆਂ ਦੇ ਨਾਲ। ਤੇ ਇਸ ਨੂੰ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਸਾਡੇ ਨਾਲ ਇੰਨਾ ਧੱਕਾ ਹੁੰਦਾ ਜਾ ਰਿਹਾ। ਜਿਹੜੀ ਸਰਕਾਰ ਹੈਗੀ ਹੈ ਉਹ ਕਿਸਾਨੀ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ, ਉਹ ਲੋਕਾਂ ਨੂੰ ਭੁੱਖੇ ਮਾਰਨ ਦੇ ਉੱਤੇ ਤੁਲੀ ਹੋਈ ਹੈ। ਇਹਦਾ ਸਰਕਾਰ ਦਾ ਇਹੀ ਮਤਲਬ ਹੈ, ਬਸ ਹੋਰ ਕੁਝ ਨਹੀਂ। ਲੇਕਿਨ ਇਸ ਦੇ ਖਿਲਾਫ ਅਸੀਂ ਡਟ ਕੇ ਖੜਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ। ਹਾਂਜੀ ਸਰ, ਕੀ ਨਾਮ ਹੈ ਜੀ? ਰਜਿੰਦਰ ਸਿੰਘ ਬਾਲੀ, ਮੋਹਾਲੀ ਤੋਂ। ਸਰ ਅਸਥੀ ਜਿਹੜੀ ਹੈਗੀ ਆ ਕਲਸ਼ ਯਾਤਰਾ ਕੱਢੀ ਜਾ ਰਹੀ ਹੈ, ਪਰ ਦਿੱਲੀ ਦੇ ਉੱਤੇ ਜੋ ਘਟਨਾਵਾਂ ਵਾਪਰਦੀਆਂ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਸ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਮੋਰਚੇ ਨੂੰ ਜਿਹੜਾ ਹੈਗਾ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ। ਉਹ ਤਾਂ ਸ਼ੁਰੂ ਤੋਂ ਲਾ ਰਹੀਆਂ। ਪਹਿਲਾਂ ਦੇਖੋ, ਪਹਿਲਾਂ ਉਹਨਾਂ ਨੇ 5-4 ਮਹੀਨੇ ਇੱਦਾਂ ਹੀ ਕੱਢਤੇ, ਅੱਤਵਾਦੀ, ਵੱਖਵਾਦੀ, ਪਾਕਿਸਤਾਨੀ, ਚਾਈਨੀਜ਼ ਬਾਹਰੋਂ ਪੈਸਾ ਆ ਰਿਹਾ, ਇੱਦਾਂ ਹੀ ਟਾਈਮ ਕੱਢੀ ਗਏ, ਟਾਈਮ ਦੇਈ ਗਏ, ਵਾਪਸ ਭੇਜੀ ਗਏ, ਟਾਈਮ ਦੇਈ ਗਏ, ਵਾਪਸ ਭੇਜੀ ਗਏ। ਬਾਅਦ 'ਚ ਆਪਣਾ ਇਹ ਵੇਖ ਲਓ, 2-4 ਵਾਰੀ ਕੁੜੀਆਂ ਭੇਜੀਆਂ, ਬੜਾ ਕੁਛ ਹੋਇਆ, ਹਮੇਸ਼ਾ ਢਾਹ ਲਾਈ, 2-4 ਵਾਰੀ ਅੱਗਾਂ ਲਾਈ ਦੀਆਂ। ਮੌਜੂਦਾ ਘਟਨਾ ਦੀ ਗੱਲ ਕਰੀਏ ਤਾਂ ਆਪਾਂ ਹੁਣ ਕਿਵੇਂ ਦੇਖਦੇ ਹਾਂ? ਹੁਣ ਇਹ ਦੇਖੋ ਜੀ, ਜਿਹੜੀ ਇਹ ਘਟਨਾ ਹੋਈ ਆ, ਸਰੇਆਮ ਇੱਕ ਸਾਜ਼ਿਸ਼ ਹੋਈ ਆ, ਕਿਉਂਕਿ ਨਿਹੰਗ 24 ਘੰਟੇ ਬਾਣੇ ਰਹਿੰਦੇ ਆ, ਦਰਬਾਰ ਸਾਹਿਬ ਦੇ ਕੋਲ ਰਹਿੰਦੇ ਆ, ਉਹਨਾਂ 'ਚ ਗੁੱਸਾ ਥੋੜ੍ਹਾ ਜ਼ਿਆਦਾ ਹੁੰਦਾ ਤੇ ਉਹਨਾਂ ਨੇ ਜਦੋਂ ਹੀ ਕੋਈ ਸੋਚੇ ਬਿਨਾਂ ਹੀ ਇਹ ਕੰਮ ਕਰਤਾ, ਪਰ ਇਹ ਹੋਇਆ ਪਿੱਛੋਂ ਵੱਡੀ ਸਾਜ਼ਿਸ਼ ਨਾਲ ਹੀ। ਇਸ ਕਰਕੇ ਇਹ ਜਿਹੜੀਆਂ ਹਸਤੀਆਂ ਨੇ, ਜਿਹਨਾਂ ਨੇ ਸਾਜ਼ਿਸ਼ ਰਚੀ ਹੈ, ਕਾਮਯਾਬ ਹੋਣਗੇ ਸਾਜ਼ਿਸ਼ ਦੇ ਵਿੱਚ? ਨਹੀਂ ਜੀ, ਉਹ ਇਸ ਲਈ ਕਾਮਯਾਬ ਹੋਣਗੇ। ਸਾਡੇ ਜਿਹੜੇ ਮੋੜੀ ਉੱਪਰ ਹੈ 30-40 ਕਿਸਾਨ ਆਗੂ, ਉਹ ਬੜੇ ਸੂਝ-ਬੂਝ ਵਾਲੇ ਬੰਦੇ ਆ, ਕੋਈ ਨਹੀਂ, ਸਭ ਅਸੀਂ ਰਲ ਮਿਲ ਕੇ ਚੱਲ ਰਹੇ ਹਾਂ। ਜੋ ਮਰਜ਼ੀ ਸਰਕਾਰਾਂ ਕਹੀ ਜਾਣ, ਉੱਥੇ ਆਹ ਕਰਤਾ, ਉੱਥੇ ਆਹ ਹੋ ਗਿਆ, ਪਰ ਆਪਾਂ ਸਭ ਇੱਕ ਹਾਂ। ਹਾਂਜੀ, ਕੀ ਨਾਮ ਹੈ ਜੀ? ਕੁਲਦੀਪ ਕੁੰਡੂ, ਬੀਕੇ ਪ੍ਰਦੇਸ਼ ਸਦਕ ਚੰਡੀਗੜ੍ਹ। ਸਰ ਕਿਵੇਂ ਦੇਖਦੇ ਹੋ ਜਿਹੜੀ ਦਿੱਲੀ ਦੀ ਘਟਨਾ ਵਾਪਰੀ ਹੈ, ਉਸ ਦਾ ਕੀ ਜਿਹੜਾ ਹੈਗਾ ਨੁਕਸਾਨ ਜਾਂ ਜਿਹੜਾ ਹੈਗਾ
ਮੋਰਚੇ ਨੂੰ ਨੁਕਸਾਨ ਹੋ ਰਿਹਾ? ये 11 महीने से लेकर अभी तक ऐसी घटना घटती रही है और ये बड़ी दुखदायक घटना है। नींग जी उन्होंने जो घटना घटी और जो साथी मारा, आज एक ऐसी मोर्चा बीजेपी का जगह जगह कह रहा है जिसको 50 लाख मिलने चाहिए, मायावती जी भी कह रही है। ये नींगों का एक पारिवारिक, दो परिवारों का झगड़ा कह सकते हैं इसको। नींग सिंहों की हम कदर करते हैं और करते रहेंगे, और इस झगड़े को लखीमपुर खीरी की जो घटना थी उससे जनता का ध्यान बटनाने के लिए बीजेपी का प्रोपेगेंडा है, क्योंकि हमारा एक नींग साथी पिछले दिनों कृषि मंत्री तोमर के साथ सारे अखबारों ने, चैनलों ने क्लियर कर दिया, उसके साथ खड़ा है, बैठा है। जो आदमी 10 दिन पहले तोमर से मिल रहा है और आंदोलन में बैठा है, उस आदमी की साजिश है, बीजेपी की एक बहुत बड़ी साजिश है। क्योंकि प्रधानमंत्री जी पिछले दौरान जब भी बातचीत कर रहे थे हम, तो एक बड़ी बात कहते थे कि एमएसपी थी, है, रहेगी। अगर एमएसपी थी तो एमएसपी बाजरे का रेट 2250 रुपये है। हरियाणा राजस्थान का बाजरा आज 1200 रुपये क्विंटल बिक रहा है। तो एमएसपी, जब प्रधानमंत्री जैसे लोग ये कहते हैं एमएसपी थी, रहेगी, और आज बाजरा एमएसपी पे क्यों नहीं खरीद रहे? ਕਿਵੇਂ ਦੇਖਦੇ ਹੋ ਜਿਹੜੇ ਨਿਹੰਗ ਸਿੰਘਾਂ ਵੱਲੋਂ ਜਾਂ ਕਿਸਾਨ ਆਗੂਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਆ, ਉਸ ਤੋਂ ਗੁਰੇਜ਼ ਕਰਨਾ ਚਾਹੀਦਾ, ਏਕਤਾ ਬਣਾ के रखना चाहिए, ਕਿਵੇਂ ਤੁਹਾਡਾ ਕੀ ਚਾਹੁੰਦੇ ਕਿ ਹੁੰਦੇ ਹੋ? किसान आगुआ ने जो एक मीटिंग करके एक बयान दिया, वो ये नहीं कहा कि नींग सिंह हमारे नहीं है। उन्होंने कहा कि इस घटना से किसान आंदोलन का संयुक्त मोर्चे का कोई लेना देना नहीं है। नींग सिंह तो समाज के अंग है, शुरू से आंदोलन में हिस्सेदार है। वो सिर्फ घटना के बारे में कहा कि इस घटना के बारे में वो नहीं है। ਰਾਜੇਵਾਲ ਦਾ ਬਿਆਨ ਆਇਆ ਸੀ ਵੀ ਪਹਿਲਾਂ ਵੀ ਇਹਨਾਂ ਨੇ ਕਿੰਨੇ ਇਦਾਂ ਦੇ ਘਟਨਾ ਕਰਤੀਆਂ ਸੀ, ਹਸਪਤਾਲ ਲਿਜਾਣਾ ਪੈਂਦਾ ਸਾਨੂੰ, ਇਹ देखो, ਕਰਨਾ ਪੈਂਦਾ। राज्यपाल जी का निजी विचार है, उसके बारे में मैं कुछ नहीं कह सकता। राज्यपाल जी का निजी विचार है, संयुक्त मोर्चे का विचार नहीं हो सकता। ਤੇ ਇਹ ਕਲਸ਼ ਯਾਤਰਾ ਕੱਢਣ ਦਾ ਮਕਸਦ ਕੀ ਹੈ ਸਰ? ये कलश यात्रा जब इनका 12 अक्टूबर को भोग हुआ लखीमपुर खीरी में, संयुक्त मोर्चे का एक फैसला लिया गया था कि जब तक गृह राज्य मंत्री इस्तीफा नहीं देगा तो हम 16 से 24 तक ये कलश यात्रा निकालेंगे। ਹਾਂਜੀ ਬਾਬਾ ਜੀ, ਕਿਵੇਂ ਦੇਖਦੇ ਹੋ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਹੋਏ ਆ ਕਿਸਾਨ ਜਾਂ ਪੱਤਰਕਾਰ, ਉਹਨਾਂ ਦੀ ਅਸਥੀ ਕਲਸ਼ ਯਾਤਰਾ ਕੱਢੀ ਜਾ ਰਹੀ ਤੇ ਇੱਥੇ ਗੁਰੂ ਘਰ ਪਹੁੰਚੇ ਆ, ਕਿਵੇਂ ਦੇਖਦੇ? ਦੇਖੋ, ਜੋ ਸੰਘਰਸ਼ ਚੱਲ ਰਿਹਾ ਕਿਸਾਨੀ ਮੁੱਦਿਆਂ ਬਾਰੇ 11 ਮਹੀਨੇ ਹੋ ਚੱਲੇ, ਇਹਦੇ 700 ਦੇ ਲਗਭਗ ਜੋ ਸਾਡੇ ਕਿਸਾਨ ਆ ਉਹ ਸ਼ਹੀਦ ਹੋ ਗਏ। ਪਰ ਜਿਹੜੀ ਇਹ ਮੌਤ ਆ ਲਖੀਮਪੁਰ ਦੀ, ਇਹ ਬੜੀ ਦਰਦਨਾਕ ਆ। ਇਹ ਜੋ ਹੈ ਇੱਕ ਸਾਜ਼ਿਸ਼ ਜਾਣ ਬੁੱਝ ਕੇ ਕੀਤੀ ਗਈ ਆ। ਪਰ ਐਡੇ ਸੰਘਰਸ਼ ਦੇ ਵਿੱਚ ਜੇ ਕੁਰਬਾਨੀਆਂ ਹਨ ਉਹ ਰੰਗ ਲਿਆਉਂਦੀਆਂ ਹਨ। ਸੋ ਇਸ ਮੋਰਚੇ ਨੂੰ ਭਾਵੇਂ ਉਹ ਸਾਡੇ ਵੀਰ ਤਾਂ ਸ਼ਹੀਦ ਹੋ ਗਏ, ਪਰ ਇਸ ਜੋ ਕਿਸਾਨੀ ਮੋਰਚਾ ਸੀ ਇਹਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਸੋ ਗੌਰਮੈਂਟ ਦੀਆਂ ਜੋ ਚਾਲਾਂ ਸਨ ਉਹ ਵੀ ਸਾਰਿਆਂ ਨੂੰ ਪਤਾ ਲੱਗ ਗਈਆਂ ਵੀ ਕਿਸ ਤਰ੍ਹਾਂ ਗੌਰਮੈਂਟ ਜੋ ਮੋਰਚਾ ਉਹਨੂੰ ਦਬਾਉਣਾ ਚਾਹੁੰਦੀ ਹੈ, ਉਹਨੂੰ ਡਰਾਉਣਾ ਚਾਹੁੰਦੀ ਹੈ। ਪਰ ਜੋ ਕਿਸਾਨ ਹਨ ਆਪਣੀ ਹੱਕੀ ਮੰਗਾਂ ਦੇ ਲਈ ਅੜੇ ਹੋਏ ਹਨ। ਸੋ ਇਹ ਉਹੀ ਕਿਸਾਨ ਹਨ ਜਿਨ੍ਹਾਂ ਨੇ ਦੇਸ਼ ਦੀ ਵੀ ਰੱਖਿਆ ਕੀਤੀ ਅਤੇ ਅੰਨ ਦੇ ਤੌਰ 'ਤੇ ਪੇਟ ਦੀ ਰੱਖਿਆ ਵੀ ਕੀਤੀ। ਸੋ ਜੇ ਆਪਾਂ 71 ਅਤੇ 65 ਦੀਆਂ ਲੜਾਈਆਂ ਦੀ ਗੱਲ ਕਰੀਏ, ਸੋ ਉਹਨਾਂ ਲੜਾਈਆਂ ਦੇ ਵਿੱਚ ਸਾਡੇ ਜੋ ਕਿਸਾਨ ਸਨ ਬਾਰਡਰ ਦੇ 3 ਜ਼ਿਲ੍ਹਿਆਂ ਦੇ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ, ਇਹਨਾਂ ਨੇ ਇਕੱਲਾ ਮੋਰਚਿਆਂ ਵਿੱਚ ਭੋਜਨ ਹੀ ਨਹੀਂ ਪਹੁੰਚਾਇਆ, ਸਗੋਂ ਮਿਲਟਰੀ ਦਾ ਅਸਲਾ ਵੀ ਆਪਣੇ ਸਿਰਾਂ 'ਤੇ ਚੱਕ ਕੇ ਅਗਲੇ ਮੋਰਚਿਆਂ 'ਤੇ ਪਹੁੰਚਾਉਂਦੇ ਰਹੇ। ਇਹਨਾਂ ਨੇ ਉਸ ਟਾਈਮ ਦੇ 'ਚ 71 ਦੇ 'ਚ ਮਿਲਟਰੀ ਦੇ ਅਫਸਰ ਨੂੰ ਕਹਿ ਦਿੱਤਾ ਸੀ ਕਿ ਮਿਲਟਰੀ ਦੇ ਬੰਦਿਆਂ ਲਈ ਤੁਸੀਂ ਕੋਈ ਭੋਜਨ ਰੋਟੀ ਕੋਈ ਲੰਗਰ ਨਹੀਂ ਭੇਜਣਾ, ਇਹ ਸਾਡੀ ਜ਼ਿੰਮੇਵਾਰੀ ਅਸੀਂ ਦੇਵਾਂਗੇ। ਅੱਜ ਉਹੀ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਉਸ ਦਿੱਲੀ ਦੇ ਇਸ ਦਿੱਲੀ ਨੂੰ ਬਚਾਉਣ ਦੇ ਲਈ ਇਹ ਕਿਸਾਨਾਂ ਨੇ ਆਪਣੇ ਜਾਨਾਂ ਵਾਰੀਆਂ 71 ਅਤੇ 65 ਦੀ ਲੜਾਈਆਂ ਵਿੱਚ। ਉਹੀ ਕਿਸਾਨ ਅੱਜ ਸਾਡਾ ਦਿੱਲੀ ਦੀ ਬਹੂਰਾਂ 'ਤੇ ਬੈਠਾ ਆਪਣੇ ਮੰਗਾਂ ਦੇ ਲਈ ਉਹਨਾਂ ਵੱਲ ਦੇਖ ਰਿਹਾ ਹੈ। ਸੋ ਗੌਰਮੈਂਟ ਨੂੰ ਚਾਹੀਦਾ ਹੈ ਕਿ ਜੋ ਪਿੱਛੇ ਹੋ ਗਿਆ ਉਹਦੇ 'ਤੇ ਪਰਦਾ ਪਾ ਕੇ ਸੋ ਅੱਗੇ ਸੋਚ ਵਿਚਾਰ ਕਰਨ ਕਿ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਜੋ ਕਿ ਸਭ ਤੋਂ ਵੱਧ ਮੈਜੋਰਟੀ ਦੇ ਵਿੱਚ ਹੈ ਕਿਸਾਨੀ ਅਤੇ ਮਜ਼ਦੂਰ, ਉਹ ਆਪਣੀਆਂ ਮੰਗਾਂ ਮੰਗ ਰਹੇ ਹਨ। ਮੰਗਾਂ ਵੀ ਜੋ ਹਨ ਬਿਲਕੁਲ ਜਾਇਜ਼ ਹਨ, ਜਿਨ੍ਹਾਂ ਦੇ ਕਿ ਇਕੱਲਾ ਹਿੰਦੁਸਤਾਨ ਨਹੀਂ ਸਗੋਂ ਵਰਲਡ ਦੇ ਜੋ ਮੇਨ ਦੇਸ਼ ਹਨ ਬਹੁਤ ਸਾਰੇ ਬਹੁਤ ਗਿਣਤੀ ਦੇ ਵਿੱਚ ਉਹਨਾਂ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਜੋ ਕਿਸਾਨ ਬੈਠਾ ਹੈ ਉਹ ਆਪਣੀ ਜਾਇਜ਼ ਮੰਗਾਂ ਦੇ ਲਈ ਬੈਠਾ ਹੈ।
ਇਸ ਲਈ ਦੇ ਮੰਗਾਂ ਨੂੰ ਜੋ ਹੈ ਉਹ ਪੂਰੀਆਂ ਕਰਕੇ ਬਾਅਦ ਕਿਸਾਨਾਂ ਨੂੰ ਘਰਾਂ ਨੂੰ ਭੇਜਣਾ ਚਾਹੀਦਾ। ਇਹ ਗੌਰਮੈਂਟ ਨੂੰ ਆਪਣੇ ਆਪ ਚਾਹੀਦਾ ਹੈ। ਸੋ ਮੈਂ ਅੱਜ ਇੱਥੇ ਇਹਨਾਂ ਦੇ ਪਹੁੰਚਣ ਤੇ ਇਹਨਾਂ ਦਾ ਸਵਾਗਤ ਰਾਤ ਆਏ ਸੀ, ਸੋ ਇਹਨਾਂ ਦਾ ਸਵਾਗਤ ਕੀਤਾ ਗਿਆ ਹੈ। ਸੋ ਇਹਨਾਂ ਨੇ ਕੀਰਤਪੁਰ ਸਾਹਿਬ ਜਾਣਾ। ਮਹਾਰਾਜ ਕਿਰਪਾ ਕਰੇ ਜੋ ਸਾਡੇ ਵੀਰ ਸ਼ਹੀਦ ਹੋਏ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।